ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਫੇਸਬੁੱਕ ਦੀ ਮਸ਼ਹੂਰੀ ਨੇ ਕਰਵਾਇਆ ਲੱਖਾਂ ਦਾ ਨੁਕਸਾਨ, ਪੰਜਾਬਣ ਹੋਈ ਇਸ ਧੋਖੇ ਦਾ ਸ਼ਿਕਾਰ। ਐਮਪੀ ਨੇ ਘੇਰੀ ਟਰੂਡੋ ਸਰਕਾਰ, ਇਮੀਗ੍ਰੇਸ਼ਨ ਬਾਰੇ ਚੁੱਕੇ ਸਵਾਲ। ਕਰੋਨਾ ਦੇ ਨਵੇਂ ਰੂਪ ਬਾਰੇ ਬੋਲੇ ਟਰੂਡੋ, ਕਰੋਨਾ ਦੇ ਰੂਪ ਨੂੰ ਦੱਸਿਆ ਖਤਰਨਾਕ। ਫਾਈਜ਼ਰ ਨੇ ਨਵੇਂ ਕਰੋਨਾ ਬਾਰੇ ਕੀਤਾ ਦਾਅਵਾ, ਦੱਸਿਆ ਆਪਣੀ ਗੋਲੀ ਨੂੰ ਵੱਧ ਅਸਰਦਾਰ। ਫਿਰ ਵੱਧ ਹੋਈ ਕਰੋਨਾ ਬਾਰੇ ਚਿੰਤਾ, ਮਾਹਿਰਾਂ ਨੇ ਸਾਂਝੇ ਕੀਤੇ ਵਿਚਾਰ। ਕਿਊਬੈਕ ਦੇ ਵਿੱਚ ਰਹਿਣ ਵਾਲੀ ਪੰਜਾਬੀ ਮੂਲ ਦੀ ਔਰਤ ਧੋਖੇ ਦਾ ਸ਼ਿਕਾਰ ਹੋ ਗਈ। ਦਰਅਸਲ ਫੇਸਬੁੱਕ ਦੇ ਉੱਪਰ ਜੋ ਇੱਕ ਮਸ਼ਹੂਰੀ ਦਿਖਾਈ ਦਿੱਤੀ, ਉਸ ਦੇ ਉੱਪਰ ਇਸ ਔਰਤ ਵੱਲੋਂ ਕਲਿੱਕ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਵੱਡਾ ਘਾਟਾ ਸਹਿਣਾ ਪੈ ਗਿਆ। ਲੱਖਾਂ ਦਾ ਨੁਕਸਾਨ ਹੋਇਆ, ਜਿਸ ਦੀ ਜਾਣਕਾਰੀ ਖੁਦ ਇਸ ਵੱਲੋਂ ਸਾਂਝੀ ਕੀਤੀ ਗਈ। ਕੀ ਇਹ ਪੂਰਾ ਮਾਮਲਾ ਦੱਸਾਂਗੇ ਤੁਹਾਨੂੰ ਇਸ ਖਬਰ ਵਿੱਚ। ਕਿਊਬੈਕ ਵਿੱਚ ਰਹਿੰਦੀ ਪੰਜਾਬੀ ਮੂਲ ਦੀ ਔਰਤ ਫੇਸਬੁੱਕ ਦੀ ਇੱਕ ਐਡ ਕਾਰਨ ਧੋਖੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਨੂੰ ਭਾਰੀ ਘਾਟਾ ਪਿਆ ਹੈ। ਜਿਸ ਪੰਜਾਬੀ ਮੂਲ ਦੀ ਔਰਤ ਨਾਲ ਅਜਿਹਾ ਹੋਇਆ, ਉਸ ਦਾ ਨਾਮ ਹਰਪ੍ਰੀਤ ਸਹੋਤਾ ਦੱਸਿਆ ਗਿਆ, ਜੋ ਕਿ ਸ਼ਾਰਟ ਹਾਲ ਟਰੱਕਰ ਹੈ। ਹਰਪ੍ਰੀਤ ਚਾਹੁੰਦੀ ਸੀ ਉਹ ਕਿਸੇ ਹੋਰ ਤਰੀਕੇ ਨਾਲ ਕਮਾਈ ਕਰ ਸਕੇ ਤਾਂ ਕਿ ਉਹ ਕੰਮ ਵੀ ਘੱਟ ਕਰੇ ਅਤੇ ਉਸ ਨੂੰ ਪੈਸੇ ਵੀ ਜ਼ਿਆਦਾ ਮਿਲਣ। ਇਸੇ ਦੌਰਾਨ ਉਸਦੇ ਫੇਸਬੁੱਕ ਉੱਪਰ ਇੱਕ ਮਸ਼ਹੂਰੀ ਪੌਪ ਹੁੰਦੀ ਹੈ, ਜਿਸ ਵਿੱਚ ਇਨਵੈਸਟਮੈਂਟ ਸੰਬੰਧੀ ਆਫਰ ਲਿਖਿਆ ਹੁੰਦਾ ਹੈ। ਸਹੋਤਾ ਵੱਲੋਂ ਇਸ ਨੂੰ ਕਲਿੱਕ ਕੀਤਾ ਗਿਆ, ਜਿਸ ਤੋਂ ਬਾਅਦ ਉਹ ਧੋਖੇ ਦਾ ਸ਼ਿਕਾਰ ਹੋ ਗਈ। ਇਸ ਵਿੱਚ ਬਿਟਕੋਇਨ ਟ੍ਰਾਂਜੈਕਸ਼ਨਸ ਵਰਗੀਆਂ ਗੱਲਾਂ ਵੀ ਲਿਖੀਆਂ ਹੋਈਆਂ ਸਨ। ਹਰਪ੍ਰੀਤ ਦਾ ਕਹਿਣਾ ਹੈ ਕੁਝ ਹੀ ਮਿੰਟਾਂ ਦੌਰਾਨ ਉਸ ਨੂੰ ਇਨਵੈਸਟਮੈਂਟ ਕੰਪਨੀਆਂ ਤੋਂ ਕਈ ਕਾਲਸ ਆਉਣ ਲੱਗੀਆਂ। ਕਈ ਫਾਈਨੈਂਸ਼ੀਅਲ ਕੰਪਨੀਆਂ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਹਰਪ੍ਰੀਤ ਨੂੰ legaltrader.com ਤੋਂ ਇੱਕ ਕਾਲ ਆਈ, ਜਿੱਥੇ ਉਹਨਾਂ ਵੱਲੋਂ 70% ਇਨਵੈਸਟਮੈਂਟ ਵਿੱਚ ਰਿਟਰਨ ਦਾ ਵਾਅਦਾ ਕੀਤਾ ਗਿਆ। ਹਰਪ੍ਰੀਤ ਤੋਂ ਜੋ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ, ਉਹ ਉਸ ਵੱਲੋਂ ਭੇਜ ਦਿੱਤੇ ਗਏ, ਜਿਸ ਕਾਰਨ ਉਸ ਨਾਲ ਧੋਖਾ ਹੋ ਗਿਆ। ਸਹੋਤਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਵੱਲੋਂ $15,000 ਆਪਣੀ ਕ੍ਰੈਡਿਟ ਲਾਈਨ ਤੋਂ ਲਏ। ਇੰਨਾ ਹੀ ਨਹੀਂ, ਉਹਨਾਂ ਵੱਲੋਂ ਆਪਣੀ 골ਡ ਜੁਐਲਰੀ ਜੋ ਉਹਨਾਂ ਦੀ ਮਾਂ ਦੀ ਸੀ, ਉਹ ਵੀ ਵਰਤ ਲਈ ਗਈ। ਸਹੋਤਾ ਮੁਤਾਬਕ ਜਦੋਂ ਲੀਗਲ ਟ੍ਰੇਡਸ ਵੈਬਸਾਈਟ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਬਿਲਕੁਲ ਲੀਗਲ ਲੱਗਦੀ ਹੈ, ਕਿਉਂਕਿ ਇਸ ਤਰ੍ਹਾਂ ਦੀਆਂ ਕਈ ਵੈਬਸਾਈਟ ਉਹਨਾਂ ਨੂੰ ਸ਼ੋਅ ਹੋ ਰਹੀਆਂ ਸਨ। ਸਹੋਤਾ ਦੇ ਦੱਸਣ ਮੁਤਾਬਕ ਉਹਨਾਂ ਵੱਲੋਂ $1,02,000 ਇਨਵੈਸਟਮੈਂਟ ਅਤੇ ਫੀਸ ਤੇ ਖਰਚ ਕਰ ਦਿੱਤੇ ਗਏ, ਪਰ ਜਦੋਂ ਉਹਨਾਂ ਨੇ ਫੰਡਸ ਡਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਟ੍ਰਾਂਸਫਰ ਕਦੇ ਵੀ ਨਹੀਂ ਆਇਆ। ਹੁਣ ਇਸ ਤੋਂ ਬਾਅਦ ਆਰਸੀਐਮਪੀ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਕਈ ਲੋਕ ਕ੍ਰਿਪਟੋ ਸਕੈਮਸ ਦਾ ਸ਼ਿਕਾਰ ਹੋ ਰਹੇ ਹਨ। ਆਰਸੀਐਮਪੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਹੁਣ ਤੱਕ 2021 ਦੌਰਾਨ $120 ਮਿਲੀਅਨ ਦਾ ਘਾਟਾ ਇਸ ਕਾਰਨ ਹੋ ਚੁੱਕਿਆ ਹੈ। 2017 ਵਾਸਤੇ ਇਸ ਦੀ ਗਿਣਤੀ $53 ਮਿਲੀਅਨ ਦੱਸੀ ਗਈ। ਕਿਊਬੈਕ ਵਿੱਚ 2017 ਦੌਰਾਨ ਇਸ ਸੰਬੰਧੀ $10 ਮਿਲੀਅਨ ਦਾ ਘਾਟਾ ਪਿਆ। ਇਹ ਅੰਕੜਾ ਆਰਸੀਐਮਪੀ ਵੱਲੋਂ ਸਾਂਝਾ ਕੀਤਾ ਗਿਆ। ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਹੱਲਣ ਵੱਲੋਂ ਪਾਰਲੀਮੈਂਟ ਵਿੱਚ ਇਮੀਗ੍ਰੇਸ਼ਨ ਸੰਬੰਧੀ ਮੁੱਦਾ ਚੁੱਕਿਆ ਗਿਆ। ਉਹਨਾਂ ਵੱਲੋਂ ਲਿਬਰਲ ਸਰਕਾਰ ਨੂੰ ਘੇਰਾ ਪਾਇਆ ਗਿਆ। ਜਸਰਾਜ ਸਿੰਘ ਹੱਲਣ ਦਾ ਕਹਿਣਾ ਹੈ ਕਿ ਟਰੂਡੋ ਸਰਕਾਰ ਦੇ ਕਾਰਨ ਫਾਈਲਾਂ ਦਾ ਵੱਡਾ ਬੈਕਲੌਗ ਇਕੱਠਾ ਹੋ ਗਿਆ, ਜਿਨ੍ਹਾਂ ਨੂੰ ਸੁਲਝਾਇਆ ਨਹੀਂ ਜਾ ਰਿਹਾ। ਇਸ ਦੌਰਾਨ ਉਹਨਾਂ ਨੇ ਹੋਰ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਹੱਲਣ ਵੱਲੋਂ ਲਿਬਰਲ ਸਰਕਾਰ ਉੱਪਰ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਸਵਾਲ ਖੜੇ ਕੀਤੇ ਗਏ। ਜਸਰਾਜ ਸਿੰਘ ਹੱਲਣ ਦਾ ਕਹਿਣਾ ਹੈ ਕਿ ਕੈਨੇਡਾ ਦੀ ਰੈਪੂਟੇਸ਼ਨ ਖਰਾਬ ਹੋ ਰਹੀ ਹੈ। ਦਰਅਸਲ ਪਾਰਲੀਮੈਂਟ ਵਿੱਚ ਉਹਨਾਂ ਵੱਲੋਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਸਵਾਲ ਪੁੱਛੇ ਗਏ। ਜਸਰਾਜ ਹੱਲਣ ਵੱਲੋਂ ਪਾਰਲੀਮੈਂਟ ਵਿੱਚ ਇਮੀਗ੍ਰੇਸ਼ਨ ਦੀਆਂ ਜੋ ਫਾਈਲਸ ਦਾ ਬੈਕਲੌਗ ਇਕੱਠਾ ਹੋਇਆ ਹੈ, ਉਸ ਦਾ ਮੁੱਦਾ ਚੁੱਕਿਆ ਗਿਆ। ਉਹਨਾਂ ਦਾ ਇਲਜ਼ਾਮ ਹੈ ਕਿ ਲਿਬਰਲ ਸਰਕਾਰ ਦੇ ਕਾਰਨ ਇਮੀਗ੍ਰੇਸ਼ਨ ਸੰਬੰਧੀ ਵੱਡਾ ਬੈਕਲੌਗ ਇਕੱਠਾ ਹੋ ਗਿਆ ਹੈ, ਜੋ ਕਿ ਅਜੇ ਤੱਕ ਕਲੀਅਰ ਨਹੀਂ ਹੋ ਪਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਹਨ ਜਿਸ ਦੇ ਵਿੱਚ ਪਤਾ ਚੱਲਦਾ ਹੈ ਕਿ ਕਿੰਨੇ ਲੰਬੇ ਸਮੇਂ ਤੋਂ ਆਪਣੀਆਂ ਅਰਜ਼ੀਆਂ ਉੱਪਰ ਕਈ ਲੋਕ ਫੈਸਲੇ ਦੀ ਉਡੀਕ ਕਰ ਰਹੇ ਨੇ। ਜਸਰਾਜ ਸਿੰਘ ਹੱਲਣ ਵੱਲੋਂ ਪਾਰਲੀਮੈਂਟ ਵਿੱਚ ਬੋਲਦਿਆਂ ਮੰਗ ਕੀਤੀ ਗਈ ਹੈ ਕਿ ਬੈਕਲੌਗ ਕਲੀਅਰ ਕੀਤਾ ਜਾਣਾ ਚਾਹੀਦਾ ਹੈ ਤੇ ਜਿਹੜੀਆਂ ਅਰਜ਼ੀਆਂ ਦੇ ਉੱਪਰ ਅਜੇ ਤੱਕ ਫੈਸਲਾ ਨਹੀਂ ਆਇਆ, ਉਹਨਾਂ ਉੱਪਰ ਜਲਦ ਫੈਸਲਾ ਸੁਣਾਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਕੈਨੇਡਾ ਦੀ ਰੈਪੂਟੇਸ਼ਨ ਖਰਾਬ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ IRCC ਵੱਲੋਂ ਇੱਕ ਅੰਕੜਾ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਹਨਾਂ ਦੱਸਿਆ ਕਿ ਕੈਨੇਡਾ ਅੰਦਰ ਅਜੇ ਐਪਲੀਕੇਸ਼ਨਸ ਦਾ ਕਾਫੀ ਬੈਕਲੌਗ ਇਕੱਠਾ ਹੈ। ਇਸ ਦੇ ਪਿੱਛੇ ਉਹਨਾਂ ਵੱਲੋਂ ਕਰੋਨਾ ਪੈਂਡੈਮਿਕ ਨੂੰ ਕਾਰਨ ਦੱਸਿਆ ਗਿਆ। ਇਮੀਗ੍ਰੇਸ਼ਨ ਵਿਭਾਗ ਦੇ ਮੁਤਾਬਕ ਕਰੋਨਾ ਪੈਂਡੈਮਿਕ ਕਾਰਨ ਅਰਜ਼ੀਆਂ ਦਾ ਵੱਡਾ ਬੈਕਲੌਗ ਇਕੱਠਾ ਹੋ ਗਿਆ, ਜਿਸ ਨੂੰ ਸੁਲਝਾਉਣ ਦੀ ਉਹਨਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੰਬੰਧੀ ਕਈ ਵਾਰ ਸਿਆਸਤਦਾਨ ਮੁੱਦਾ ਚੁੱਕਦੇ ਹੋਏ ਦਿਖਾਈ ਦੇ ਰਹੇ ਨੇ ਕਿ ਇਮੀਗ੍ਰੇਸ਼ਨ ਸੰਬੰਧੀ ਲਿਬਰਲ ਸਰਕਾਰ ਨੂੰ ਜਲਦ ਬੈਕਲੌਗ ਸੁਲਝਾਉਣਾ ਚਾਹੀਦਾ ਹੈ।
left India for Canada in 2017 and have been waiting for years to hear any word on their applications. This story is just one of thousands of newcomers who are lost in the black hole of Liberal-made backlogs. My office hears these cases every day and the devastating effects it has on people. It is damaging Canada's reputation around the world. When is the government going to stop hiding behind excuses and finally get something done on immigration backlogs? The Honourable Minister of Immigration. ਕਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਇਸ ਨੂੰ ਲੈ ਕੇ ਚਿੰਤਾ ਵਧਦੀ ਹੋਈ ਦਿਖਾਈ ਦੇ ਰਹੀ ਹੈ। ਕੈਨੇਡਾ ਵਿੱਚ ਵੀ ਇਸ ਸੰਬੰਧੀ ਲਗਾਤਾਰ ਵਿਚਾਰ ਦੱਸੇ ਜਾ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਵੇਰੀਐਂਟ ਨੂੰ ਸਕੇਰੀ ਦੱਸਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਹੁਣ ਅਗਲਾ ਜੋ ਗਰਮੀਆਂ ਕੈਨੇਡਾ ਵਿੱਚ ਆਉਣਗੀਆਂ ਉਹ ਬਿਹਤਰ ਹੋਣਗੀਆਂ ਤੇ ਜਲਦ ਕੋਵਿਡ-19 ਵੈਕਸੀਨ ਹਾਸਲ ਕੀਤੀ ਜਾਵੇ। ਕਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਕੇਰੀ ਦੱਸਿਆ ਗਿਆ। ਜੀ ਹਾਂ, ਇਸ ਓਮਿਕਰੋਨ ਵੇਰੀਐਂਟ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲਦੇ ਹੋਏ ਦਿਖਾਈ ਦਿੱਤੇ। ਉਹਨਾਂ ਦਾ ਕਹਿਣਾ ਹੈ ਕਿ ਇਹ ਕੋਵਿਡ ਵੇਰੀਐਂਟ ਸਕੇਰੀ ਜ਼ਰੂਰ ਹੈ ਪਰ ਗਰਮੀਆਂ ਬਿਹਤਰ ਹੋਣਗੀਆਂ। ਦੱਸ ਦਈਏ ਕਿ ਪਬਲਿਕ ਹੈਲਥ ਆਫਿਸਰ ਡਾਕਟਰ ਥੇਰੇਸਾ ਟੇਮ ਵੱਲੋਂ ਇਸ ਵੇਰੀਐਂਟ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਅੰਦਰ ਕੇਸਿਸ ਵੱਧ ਸਕਦੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਵੇਰੀਐਂਟ ਨਾਲ ਇੱਕ ਵਾਰ ਫਿਰ ਤੋਂ ਚਿੰਤਾ ਵੱਧ ਗਈ ਹੈ ਪਰ ਇਸ ਸਮੇਂ ਜ਼ਰੂਰੀ ਹੈ ਕਿ ਲੋਕ ਕੋਵਿਡ-19 ਵੈਕਸੀਨ ਅਤੇ ਬੂਸਟਰ ਸ਼ਾਟ ਹਾਸਲ ਕਰਨ ਤਾਂ ਕਿ ਇਸ ਵੇਰੀਐਂਟ ਤੋਂ ਵੀ ਸੁਰੱਖਿਆ ਹਾਸਲ ਕੀਤੀ ਜਾ ਸਕੇ। ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਬੱਚਿਆਂ ਨੂੰ ਵੀ ਕੋਵਿਡ-19 ਵੈਕਸੀਨ ਲਗਾਉਣੀ ਚਾਹੀਦੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੋਰ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। We are obviously very concerned with the numbers that Dr. Tam shared on Friday. But I think Canadians are also very aware that we have done many things to keep ourselves safe, and we just need to continue them. First of all, getting vaccinated, making sure that everyone is double vaccinated is really important. As we make boosters available, certain age ranges, please book your appointment for a booster. Let's make sure our kids between 5 and 11 continue to progress in vaccination. My 7-year-old got vaccinated about a week and a half ago. I know lots of parents are doing exactly that as well. At the same time, as we look at Christmas and the holidays coming, people need to be listening to public health advice and making decisions that minimize their risks. I think we've all learned an awful lot about how to keep ourselves and our loved ones safe, and I know Canadians are going to be thoughtful about everything we can do to keep the numbers down, because nobody wants to have another winter in which our hospitals and our frontline health workers are getting close to overwhelmed. On boosters, the US has been handing out boosters to anyone who wants one 18 and up since mid-November. The UK just moved up the timeline, but today here in Ontario, just as an example, people 15 up were just starting to allow to be booking their boosters. Are you satisfied with the pace the provinces are handing out boosters at this point in time? Our responsibility as a federal government has been to make sure that there is a supply of boosters for all Canadians. We have done that. There are sufficient vaccine doses for Canadians to get boosters. The logistics of rolling out those boosters to the priority age groups and eventually to everyone is being handled by the provinces, and we will continue to be. ਕਰੋਨਾ ਵਾਇਰਸ ਦਾ ਜੋ ਨਵਾਂ ਰੂਪ ਸਾਹਮਣੇ ਆਇਆ, ਇਸ ਸੰਬੰਧੀ ਫਾਈਜ਼ਰ ਵੱਲੋਂ ਇੱਕ ਵੱਡਾ ਦਾਅਵਾ ਕੀਤਾ ਗਿਆ। ਫਾਈਜ਼ਰ ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜੋ ਕਰੋਨਾ ਖਿਲਾਫ ਗੋਲੀ ਤਿਆਰ ਕੀਤੀ ਗਈ ਹੈ, ਜਾਣੀ ਕਿ ਪਿਲ, ਉਹ ਇਸ ਵੇਰੀਐਂਟ ਦੇ ਖਿਲਾਫ ਅਸਰਦਾਰ ਹੈ। ਕਰੋਨਾ ਵਾਇਰਸ ਦੇ ਨਵੇਂ ਰੂਪ ਸੰਬੰਧੀ ਫਾਈਜ਼ਰ ਵੱਲੋਂ ਇੱਕ ਦਾਅਵਾ ਕੀਤਾ ਗਿਆ। ਫਾਈਜ਼ਰ ਕੰਪਨੀ ਦਾ ਕਹਿਣਾ ਹੈ ਕਿ ਕਰੋਨਾ ਵੇਰੀਐਂਟ ਦੇ ਨਵੇਂ ਰੂਪ, ਜਾਣੀ ਕਿ ਓਮਿਕਰੋਨ ਵੇਰੀਐਂਟ ਉੱਪਰ ਉਹਨਾਂ ਦੀ ਕੋਵਿਡ-19 ਪਿਲ ਅਸਰਦਾਰ ਹੈ। ਦਰਅਸਲ ਕੰਪਨੀ ਵੱਲੋਂ 2250 ਦੇ ਕਰੀਬ ਲੋਕਾਂ ਉੱਪਰ ਇੱਕ ਸਟੱਡੀ ਕਰਵਾਈ ਗਈ, ਜਿਸ ਤੋਂ ਬਾਅਦ ਇਹ ਪਾਇਆ ਗਿਆ ਕਿ ਉਹਨਾਂ ਦੀ ਗੋਲੀ ਕਰੋਨਾ ਵਾਇਰਸ ਦੇ ਵੇਰੀਐਂਟ ਖਿਲਾਫ ਅਸਰਦਾਰ ਹੈ। ਇਸ ਸਟੱਡੀ ਵਿੱਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਕਰੋਨਾ ਵਾਇਰਸ ਦੀ ਗੋਲੀ ਦੇ ਨਾਲ ਹਸਪਤਾਲ ਵਿੱਚ ਭਰਤੀ ਹੋਣ ਦਾ ਖਤਰਾ ਵੀ ਘਟ ਜਾਂਦਾ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਕੈਨੇਡਾ ਸਰਕਾਰ ਵੱਲੋਂ ਇਸ ਗੱਲ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਉਹਨਾਂ ਵੱਲੋਂ ਫਾਈਜ਼ਰ ਦੀ ਇਸ ਗੋਲੀ ਸੰਬੰਧੀ ਕੰਪਨੀ ਨਾਲ ਡੀਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਭ ਤੋਂ ਪਹਿਲਾਂ ਸਾਊਥ ਅਫਰੀਕਾ ਦੇ ਵਿੱਚ ਪਾਇਆ ਗਿਆ। ਇਸ ਦੀ ਜਾਣਕਾਰੀ ਉਹਨਾਂ ਵੱਲੋਂ ਫਿਰ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੀ ਗਈ ਤੇ ਬਾਅਦ ਦੇ ਵਿੱਚ ਜਦੋਂ ਬਾਕੀ ਦੇਸ਼ਾਂ ਨੂੰ ਇਸ ਸੰਬੰਧੀ ਜਾਣਕਾਰੀ ਹਾਸਲ ਹੋਈ ਤਾਂ ਉਹਨਾਂ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ।
ਇਸੇ ਸਭ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਵੱਲੋਂ ਵੀ ਯਾਤਰਾ ਸੰਬੰਧੀ ਸਖਤ ਕਦਮ ਚੁੱਕਿਆ ਗਿਆ ਤੇ ਉਹਨਾਂ ਵੱਲੋਂ ਕਈ ਅਫਰੀਕੀ ਦੇਸ਼ਾਂ ਨਾਲ ਯਾਤਰਾ ਬੰਦ ਕਰ ਦਿੱਤੀ ਗਈ। ਪਰ ਹੁਣ ਕਈ ਦੇਸ਼ਾਂ ਵਿੱਚ ਓਮਿਕਰੌਨ ਵੇਰੀਐਂਟ ਨਾਲ ਸੰਬੰਧਿਤ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ, ਜਿਸ ਤੋਂ ਬਾਅਦ ਇਨ੍ਹਾਂ ਦੇਸ਼ਾਂ ਦੇ ਵਿੱਚ ਚਿੰਤਾ ਵਧਦੀ ਹੋਈ ਵੀ ਦਿਖਾਈ ਦੇ ਰਹੀ ਹੈ। ਕੈਨੇਡਾ ਵਿੱਚ ਵੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਵੈਕਸੀਨ ਨਹੀਂ ਲਗਵਾਈ ਉਹ ਵੈਕਸੀਨ ਜ਼ਰੂਰ ਹਾਸਲ ਕਰ ਲੈਣ। ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵੱਲੋਂ ਇਸ ਸੰਬੰਧੀ ਮੁੜ ਤੋਂ ਸਖਤੀਆਂ ਕੀਤੀਆਂ ਨੇ। ਹੁਣ ਦੇਸ਼ਾਂ ਦੇ ਵਿੱਚ ਜੋ ਸਖਤੀਆਂ ਵਾਲੇ ਕਦਮ ਚੁੱਕੇ ਜਾ ਰਹੇ ਨੇ, ਇਸ ਦੌਰਾਨ ਚਿੰਤਾ ਵੀ ਦੇਖਣ ਨੂੰ ਮਿਲ ਰਹੀ ਹੈ। ਮਾਹਰਾਂ ਵੱਲੋਂ ਵੀ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਅੰਦਰ ਕੇਸਿਸ ਵੱਧ ਸਕਦੇ ਨੇ ਜੋ ਕਿ ਇਸ ਵੇਰੀਐਂਟ ਨਾਲ ਸੰਬੰਧਿਤ ਹੋਣਗੇ। ਹੋਰ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਵੱਖ-ਵੱਖ ਦੇਸ਼ਾਂ ਵਿੱਚ ਚਿੰਤਾ ਵਧਦੀ ਹੋਈ ਦਿਖਾਈ ਦੇ ਰਹੀ ਹੈ। ਹੁਣ ਕਈ ਮਾਹਿਰਾਂ ਵੱਲੋਂ ਓਮਿਕਰੌਨ ਵੇਰੀਐਂਟ ਸੰਬੰਧੀ ਆਪਣੇ ਵਿਚਾਰ ਦੱਸੇ ਜਾ ਰਹੇ ਹਨ। ਇਨ੍ਹਾਂ ਐਕਸਪਰਟਸ ਨੂੰ ਚਿੰਤਾ ਹੈ ਕਿ ਇਸ ਵੇਰੀਐਂਟ ਦੇ ਕਾਰਨ ਇੱਕ ਵਾਰ ਫਿਰ ਤੋਂ ਹਸਪਤਾਲਾਂ ਵਿੱਚ ਗਿਣਤੀ ਵੱਧ ਸਕਦੀ ਹੈ। ਹੁਣ ਇਸ ਵੇਰੀਐਂਟ ਦੀ ਚਿੰਤਾ ਦੌਰਾਨ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਕਈ ਦੇਸ਼ਾਂ ਵਿੱਚ ਬੂਸਟਰ ਸ਼ਾਟ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਕੈਨੇਡਾ ਵਿੱਚ ਵੀ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਹਾਸਿਲ ਕਰ ਲਏ ਤੇ ਉਹ ਬੂਸਟਰ ਸ਼ਾਟ ਲਈ ਐਲੀਜੀਬਲ ਹਨ, ਉਹ ਜਲਦ ਕੋਰੋਨਾ ਵੈਕਸੀਨ ਦਾ ਇਹ ਤੀਸਰਾ ਟੀਕਾ ਹਾਸਿਲ ਕਰ ਲੈਣ। ਸਭ ਤੋਂ ਪਹਿਲਾਂ ਇਸ ਵੇਰੀਐਂਟ ਨਾਲ ਸੰਬੰਧਿਤ ਮਾਮਲਾ ਸਾਊਥ ਅਫਰੀਕਾ ਦੇ ਵਿੱਚ ਸਾਹਮਣੇ ਆਇਆ, ਪਰ ਹੁਣ ਕੈਨੇਡਾ ਦੇ ਕਈ ਹਿੱਸਿਆਂ ਵਿੱਚ ਵੀ ਇਸ ਦਾ ਫੈਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਆਉਣ ਵਾਲੇ ਕੁਝ ਦਿਨਾਂ ਦੌਰਾਨ ਇਹ ਇੱਕ ਡੋਮੀਨੈਂਟ ਸਟ੍ਰੇਨ ਬਣ ਸਕਦਾ ਹੈ, ਜਿਸ ਤੋਂ ਬਾਅਦ ਉਹ ਚਿੰਤਾ ਪ੍ਰਗਟਾਉਂਦੇ ਹੋਏ ਦਿਖਾਈ ਦੇ ਰਹੇ ਹਨ। ਹਾਲ ਹੀ ਦੌਰਾਨ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਥੇਰੇਸਾ ਟੈਮ ਵੱਲੋਂ ਵੀ ਪ੍ਰੈਸ ਬਰੀਫ ਦੇ ਵਿੱਚ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਕੇਸਿਸ ਵੱਧ ਸਕਦੇ ਨੇ। ਉਨ੍ਹਾਂ ਵੱਲੋਂ ontario ਦੇ ਵਿੱਚ ਜੋ ਇਸ ਸਮੇਂ ਸਥਿਤੀ ਬਣੀ ਹੋਈ ਹੈ ਉਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਥੇ ਜੋ 21% ਕੇਸਿਸ ਨੇ ਉਹਨਾਂ ਦਾ ਕਾਰਨ ਓਮਿਕਰੌਨ ਵੇਰੀਐਂਟ ਹੈ। ਇਸ ਸਭ ਦੌਰਾਨ ਇਹੀ ਗੱਲ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜੇਕਰ ਕੋਵਿਡ-19 ਵੈਕਸੀਨ ਦੇ 3 ਟੀਕੇ ਹਾਸਿਲ ਕਰ ਲਏ ਜਾਣਗੇ, ਜਾਣੀ ਕਿ ਬੂਸਟਰ ਸ਼ਾਟ ਵੀ ਲਗਵਾ ਲਿਆ ਜਾਵੇਗਾ, ਤਾਂ ਇਸ ਵੇਰੀਐਂਟ ਤੋਂ ਵੀ ਬਚਾਅ ਕੀਤਾ ਜਾ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਇਸ ਵੇਰੀਐਂਟ ਦੇ ਫੈਲਾਅ ਨੂੰ ਵੀ ਕੰਟਰੋਲ ਦੇ ਵਿੱਚ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਬੂਸਟਰ ਸ਼ਾਟ ਸਹੀ ਸਾਬਤ ਹੋਵੇਗਾ ਤਾਂ ਕਿ ਇਸ ਵੇਰੀਐਂਟ ਦੇ ਫੈਲਾਅ ਨੂੰ ਵੀ ਰੋਕਿਆ ਜਾ ਸਕੇ। ਐਨਡੀਪੀ ਦੇ ਮੈਂਬਰ ਪਾਰਲੀਮੈਂਟ ਵੱਲੋਂ ਸੰਸਦ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ VOTING ਦੀ ਉਮਰ ਨੂੰ 18 ਸਾਲ ਤੋਂ ਘਟਾ ਕੇ 16 ਸਾਲ ਕਰ ਦਿੱਤੀ ਜਾਣੀ ਚਾਹੀਦੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਦੇ ਉੱਪਰ ਕੀ ਫੈਸਲਾ ਆਉਂਦਾ ਹੈ, ਪਰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕਈ ਬਿੱਲ ਇਸ ਤਰ੍ਹਾਂ ਦੇ ਪੇਸ਼ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਉੱਪਰ ਕੋਈ ਵੀ ਫੈਸਲਾ ਨਹੀਂ ਆ ਸਕਿਆ। ਐਨਡੀਪੀ ਐਮਪੀ ਵੱਲੋਂ ਵੋਟ ਪਾਉਣ ਦੀ ਉਮਰ ਨੂੰ 16 ਸਾਲ ਕਰਨ ਸੰਬੰਧੀ ਬਿੱਲ ਪੇਸ਼ ਕੀਤਾ ਗਿਆ। ਜੀ ਹਾਂ, ਐਨਡੀਪੀ ਐਮਪੀ ਟੇਲਰ ਵੱਲੋਂ ਹਾਊਸ ਆਫ ਕਾਮਨਸ 'ਚ ਇੱਕ ਬਿੱਲ ਪੇਸ਼ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਚੋਣਾਂ ਵਿੱਚ ਵੋਟ ਪਾਉਣ ਦੀ ਉਮਰ 16 ਸਾਲ ਕੀਤੀ ਜਾਵੇ। ਦੱਸਿਏ ਕਿ ਨੌਜਵਾਨਾਂ ਦੇ ਇੱਕ ਗਰੁੱਪ ਵੱਲੋਂ VOTING ਦੀ ਉਮਰ ਘਟਾਉਣ ਸੰਬੰਧੀ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ। ਇਸ ਬਾਰੇ ਐਨਡੀਪੀ ਐਮਪੀ ਦਾ ਕਹਿਣਾ ਹੈ ਕਿ ਉਹ ਇਹਨਾਂ ਨੌਜਵਾਨਾਂ ਤੋਂ ਪ੍ਰਭਾਵਿਤ ਹਨ ਜਿਨ੍ਹਾਂ ਵੱਲੋਂ ਇਸ ਤਰ੍ਹਾਂ ਦੀ ਮੰਗ ਕੀਤੀ ਗਈ ਹੈ। ਜੋ ਮੰਗ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਗਈ, ਇਸ ਨੂੰ ਯੂਨੀਵਰਸਿਟੀ ਆਫ ਟੋਰਾਂਟੋ ਦੇ ਡੇਵਿਡ ਐਸਪਰ ਸੈਂਟਰ ਫਾਰ ਕਨਸਟੀਟਿਊਸ਼ਨਲ ਰਾਈਟਸ ਵੱਲੋਂ ਅਤੇ ਜਸਟਿਸ ਫਾਰ ਚਿਲਡਰਨ ਐਂਡ ਯੂਥ ਦੇ ਵਕੀਲਾਂ ਵੱਲੋਂ ਸਪੋਰਟ ਕੀਤਾ ਗਿਆ। ਕੈਨੇਡਾ ਵਿੱਚ ਮੌਜੂਦਾ ਸਮੇਂ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਵੋਟ ਪਾ ਸਕਦੇ ਨੇ, ਪਰ ਹੁਣ ਨੌਜਵਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਮਰ ਨੂੰ ਘਟਾ ਕੇ 16 ਕੀਤਾ ਜਾਵੇ ਤਾਂ ਕਿ 16 ਸਾਲ ਦੇ ਵੀ ਹੁਣ ਵੋਟ ਪਾ ਸਕਣ। ਦੱਸਣਯੋਗ ਹੈ ਕਿ VOTING ਦੀ ਉਮਰ ਨੂੰ ਘਟਾਉਣ ਸੰਬੰਧੀ ਪਹਿਲਾਂ ਵੀ ਬਿੱਲ ਪੇਸ਼ ਹੋ ਚੁੱਕੇ ਹਨ। 2011 ਵਿੱਚ ਐਨਡੀਪੀ ਐਮਪੀ ਡੌਨ ਡੇਵਿਸ ਵੱਲੋਂ VOTING ਦੀ ਉਮਰ ਘਟਾਉਣ ਲਈ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਗਿਆ, ਪਰ ਕੋਈ ਬਿੱਲ ਵੀ ਬਹਿਸ ਲਈ ਅੱਗੇ ਨਹੀਂ ਵਧ ਸਕਿਆ। 2005 ਵਿੱਚ ਲਿਬਰਲ ਐਮਪੀ ਵੱਲੋਂ VOTING ਦੀ ਉਮਰ 18 ਤੋਂ 16 ਕਰਨ ਲਈ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਸੀ, ਪਰ ਇਸ ਬਿੱਲ ਨੂੰ ਦੂਸਰੀ ਰੀਡਿੰਗ ਦੇ ਵਿੱਚ ਖਾਰਜ ਕਰ ਦਿੱਤਾ ਗਿਆ। ਇਮੀਗ੍ਰੇਸ਼ਨ ਸੰਬੰਧੀ ontario ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ। ontario ਵੱਲੋਂ ਫੈਡਰਲ ਸਰਕਾਰ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਸੰਬੰਧੀ ਮੰਗ ਕੀਤੀ ਗਈ ਸੀ ਤੇ ਹੁਣ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਜਾਣੋ ਇਸ ਖਬਰ ਰਾਹੀਂ। ontario ਵੱਲੋਂ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ। ontario ਵੱਲੋਂ ਅਗਲੇ 2 ਸਾਲਾਂ ਵਿੱਚ ਇੱਕ ਪ੍ਰੋਗਰਾਮ ਤਹਿਤ 100 ਇਮੀਗ੍ਰੈਂਟਸ ਨੂੰ ਅਸੈਪਟ ਕੀਤਾ ਜਾਵੇਗਾ। ਇਹ ਉਹ ਪ੍ਰੋਗਰਾਮ ਹੈ ਜਿਸ ਤਹਿਤ ਫੋਰਨ ਐਂਟਰਪ੍ਰੈਨਿਓਰਸ ਪ੍ਰੋਵਿੰਸ ਦੇ ਇਮੀਗ੍ਰੇਸ਼ਨ ਵਾਸਤੇ ਅਪਲਾਈ ਕਰ ਸਕਦੇ ਹਨ। ਦੱਸਿਏ ਕਿ ontario ਸਰਕਾਰ ਵੱਲੋਂ ਇਸ ਸੰਬੰਧੀ ਆਰਥਿਕਤਾ ਦੇ ਵਿੱਚ $2 ਲੱਖ ਇਨਵੈਸਟ ਕੀਤੇ ਹਨ। ਹੁਣ ਇਸ ਸਭ ਬਾਰੇ ਲੇਬਰ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸੂਬੇ ਦਾ ਇਸ ਸਮੇਂ ਮਕਸਦ ਹੈ ਕਿ ਉਹ ਇੰਟਰਨੈਸ਼ਨਲ ਐਂਟਰਪ੍ਰੈਨਿਓਰਸ ਨੂੰ ਅਟਰੈਕਟ ਕਰਨ। ਇਹ ਉਹ ਹੋਣਗੇ ਜੋ ਗ੍ਰੇਟਰ ਟੋਰਾਂਟੋ ਏਰੀਆ ਤੋਂ ਬਾਹਰ ਹਨ। ਮੰਤਰੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਉੱਪਰ $20 ਮਿਲੀਅਨ ਤੱਕ ਦਾ ਖਰਚਾ ਆਉਣ ਵਾਲਾ ਹੈ।
ਲੇਬਰ ਮੰਤਰੀ ਦਾ ਕਹਿਣਾ ਹੈ ਕਿ ਇਹ ਜੋ ਉਹਨਾਂ ਵੱਲੋਂ ਕਦਮ ਚੁੱਕਿਆ ਜਾ ਰਿਹਾ ਹੈ, ਇਸ ਦੇ ਨਾਲ ਓਨਟਾਰੀਓ ਦੀ ਆਰਥਿਕਤਾ ਦੇ ਵਿੱਚ ਮਦਦ ਮਿਲੇਗੀ। ਕੋਵਿਡ-19 ਪੈਂਡੈਮਿਕ ਕਾਰਨ ਸੂਬੇ ਦੀ ਆਰਥਿਕਤਾ ਜੋ ਪ੍ਰਭਾਵਿਤ ਹੋਈ ਹੈ, ਉਸ ਨੂੰ ਹੁਣ ਹੌਲੀ-ਹੌਲੀ ਕਰਕੇ ਸੁਧਾਰਿਆ ਜਾਵੇਗਾ। ਪਿਛਲੇ ਮਹੀਨੇ ਓਨਟਾਰੀਓ ਸਰਕਾਰ ਵੱਲੋਂ ਫੈਡਰਲ ਸਰਕਾਰ ਤੋਂ ਇੱਕ ਮੰਗ ਵੀ ਕੀਤੀ ਗਈ, ਜੋ ਕਿ ਇਮੀਗ੍ਰੈਂਟਸ ਦੇ ਨਾਲ ਹੀ ਜੁੜੀ ਹੋਈ ਸੀ। ਓਨਟਾਰੀਓ ਸਰਕਾਰ ਵੱਲੋਂ ਫੈਡਰਲ ਸਰਕਾਰ ਨੂੰ ਮੰਗ ਕੀਤੀ ਗਈ ਕਿ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਜ਼ਰੀਏ ਇਮੀਗ੍ਰੈਂਟਸ ਦੇ ਅੰਕੜੇ ਨੂੰ 2 ਗੁਣਾ ਕੀਤਾ ਜਾਵੇ, ਜੋ ਕਿ ਉਹਨਾਂ ਵੱਲੋਂ 9,000 ਤੈਅ ਕੀਤਾ ਗਿਆ, ਉਸ ਨੂੰ ਸਾਲਾਨਾ 18,000 ਕਰ ਦਿੱਤਾ ਜਾਵੇ। ਜਾਣਕਾਰੀ ਮੁਤਾਬਕ ਇਸ ਸੂਬੇ ਵਿੱਚ ਲੇਬਰ ਦੀ ਸ਼ਾਰਟੇਜ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਪਿੱਛੇ ਕੋਵਿਡ-19 ਨੂੰ ਹੀ ਕਾਰਨ ਮੰਨਿਆ ਜਾ ਰਿਹਾ ਹੈ। ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਵਿਡ ਪੈਂਡੈਮਿਕ ਦੇ ਕਾਰਨ ਜੋ ਚੀਜ਼ਾਂ ਖਰਾਬ ਹੋਈਆਂ ਨੇ, ਜਾਣੀ ਕਿ ਜਿਸ ਤਰ੍ਹਾਂ ਆਰਥਿਕਤਾ ਪ੍ਰਭਾਵਿਤ ਹੋਈ ਹੈ, ਉਸ ਨੂੰ ਮੁੜ ਤੋਂ ਲੀਹਾਂ ਦੇ ਉੱਪਰ ਲੈ ਕੇ ਜਾਇਆ ਜਾਵੇ। ਕੋਰੋਨਾ ਵਾਇਰਸ ਦੀ ਸਥਿਤੀ ਅਤੇ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਈ ਸਕੂਲ ਅਤੇ ਯੂਨੀਵਰਸਿਟੀਆਂ ਵੱਲੋਂ ਪੇਪਰ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਕਈ ਯੂਨੀਵਰਸਿਟੀਆਂ ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਉਹਨਾਂ ਵੱਲੋਂ ਇਨ ਪਰਸਨ ਐਗਜ਼ਾਮ ਰੱਦ ਕਰ ਦਿੱਤੇ ਗਏ ਤੇ ਕਈਆਂ ਵੱਲੋਂ ਇਸ ਦੀ ਤਰੀਕ ਨੂੰ ਅੱਗੇ ਪਾ ਦਿੱਤਾ ਗਿਆ ਹੈ। ਕੈਨੇਡਾ ਦੇ ਕਈ ਹਿੱਸਿਆਂ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਕੇਸਿਸ ਦਾ ਫੈਲਾਅ ਦਿਖਣ ਲੱਗਿਆ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਦੀਆਂ ਕੁਝ ਯੂਨੀਵਰਸਿਟੀਆਂ ਅਜਿਹੀਆਂ ਹਨ ਜਿਨ੍ਹਾਂ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਇਨ ਪਰਸਨ ਐਗਜ਼ਾਮਸ ਰੱਦ ਕਰ ਦਿੱਤੇ ਗਏ। ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀ ਆਫ ਵਿਕਟੋਰੀਆ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਮਹੀਨੇ ਉਹਨਾਂ ਵੱਲੋਂ ਹੋਰ ਕੋਈ ਵੀ ਇਨ ਪਰਸਨ ਐਗਜ਼ਾਮ ਨਹੀਂ ਲਿਆ ਜਾਵੇਗਾ। ਸਕੂਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇੰਸਟ੍ਰਕਟਰਸ ਦੇ ਵੱਲੋਂ ਹੋਰ ਫਾਰਮੈਟ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਓਨਟਾਰੀਓ ਦੀ ਕੁਈਨਜ਼ ਯੂਨੀਵਰਸਿਟੀ ਵੱਲੋਂ ਇਹ ਕਿਹਾ ਗਿਆ ਕਿ ਇਨ ਪਰਸਨ ਐਗਜ਼ਾਮਸ ਨੂੰ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਪੋਸਟਪੋਨ ਕੀਤਾ ਜਾ ਰਿਹਾ ਹੈ। ਇਹ ਐਲਾਨ ਉਸ ਵੇਲੇ ਸਾਹਮਣੇ ਆਇਆ ਜਦੋਂ ਕਿੰਗਸਟਨ ਓਨਟਾਰੀਓ ਸਕੂਲ ਵੱਲੋਂ ਆਊਟਬ੍ਰੇਕ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਕੁਈਨਜ਼ ਵੱਲੋਂ ਵਿਦਿਆਰਥੀਆਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਸੋਸ਼ਲ ਗੈਦਰਿੰਗ ਤੋਂ ਪਰਹੇਜ਼ ਕਰਨ ਤੇ ਨਾ ਹੀ ਉਹਨਾਂ ਨੂੰ ਕੋਵਿਡ-19 ਟੈਸਟ ਕਿਟ ਵੀ ਜਲਦ ਵੰਡੀਆਂ ਜਾਣਗੀਆਂ। ਉਧਰ ਯੂਨੀਵਰਸਿਟੀ ਆਫ ਟੋਰਾਂਟੋ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਪਬਲਿਕ ਹੈਲਥ ਐਕਸਪਰਟਸ ਦੇ ਨਾਲ ਵਿਚਾਰ ਕਰ ਰਹੇ ਹਨ ਕਿ ਐਗਜ਼ਾਮਸ ਬਾਰੇ ਕੀ ਫੈਸਲਾ ਲਿਆ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਕੈਨੇਡਾ ਦੇ ਕਈ ਹਿੱਸਿਆਂ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੋਏ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਕੋਰੋਨਾ ਵਾਇਰਸ ਦਾ ਜੋ ਨਵਾਂ ਵੇਰੀਐਂਟ ਸਾਹਮਣੇ ਆਇਆ, ਉਸ ਨੂੰ ਲੈ ਕੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਕਈ ਯੂਨੀਵਰਸਿਟੀਆਂ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਉਹਨਾਂ ਵੱਲੋਂ ਇਨ ਪਰਸਨ ਐਗਜ਼ਾਮਸ ਰੱਦ ਕੀਤੇ ਜਾਣਗੇ ਜਾਂ ਫਿਰ ਉਹਨਾਂ ਵੱਲੋਂ ਇਹਨਾਂ ਪੇਪਰਾਂ ਦੀ ਤਾਰੀਖ ਨੂੰ ਅੱਗੇ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਅਜਿਹੇ ਯੂਨੀਵਰਸਿਟੀ ਕਾਲਜ ਵੀ ਹਨ ਜਿਨ੍ਹਾਂ ਵੱਲੋਂ ਅਜੇ ਇਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਕਿਊਬਿਕ ਤੋਂ ਰੋਜ਼ਾਨਾ 1000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਸਿਹਤ ਮੰਤਰੀ ਵੱਲੋਂ ਇੱਕ ਖਾਸ ਅਪੀਲ ਕੀਤੀ ਗਈ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਤਿਉਹਾਰਾਂ ਮੌਕੇ ਵੱਡਾ ਇਕੱਠ ਨਾ ਕੀਤਾ ਜਾਵੇ ਤੇ ਨਾਲ ਹੀ ਉਹਨਾਂ ਵੱਲੋਂ ਕਿਊਬਿਕ ਵਾਸੀਆਂ ਨੂੰ ਵਰਕ ਫਰਮ ਹੋਮ ਦੀ ਸਲਾਹ ਦਿੱਤੀ ਗਈ ਹੈ। ਕਿਊਬਿਕ ਵਾਸੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਇੱਕ ਵਾਰ ਫਿਰ ਤੋਂ ਵਰਕ ਫਰਮ ਹੋਮ ਜਾਰੀ ਕਰ ਦੇਣ। ਦਰਅਸਲ ਕਿਊਬਿਕ ਦੇ ਵਿੱਚ ਜੋ ਪਿਛਲੇ ਕੁਝ ਦਿਨਾਂ ਦੌਰਾਨ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਰਹੇ ਨੇ, ਇਸ ਤੋਂ ਬਾਅਦ ਕਿਊਬਿਕ ਦੀ ਸਿਹਤ ਮੰਤਰੀ ਵੱਲੋਂ ਕਿਹਾ ਗਿਆ ਕਿ ਇੱਥੋਂ ਦੇ ਵਸਨੀਕਾਂ ਨੂੰ ਵਰਕ ਫਰਮ ਹੋਮ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇੱਥੇ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤਾਂ ਵੱਧ ਹੀ ਰਹੇ ਨੇ, ਪਰ ਦੂਜੇ ਪਾਸੇ ਹਸਪਤਾਲ ਦੇ ਵਿੱਚ ਵੀ ਗਿਣਤੀ ਵਧਦੀ ਹੋਈ ਦਿਖਾਈ ਦੇ ਰਹੀ ਹੈ। ਸੂਬੇ ਵਿੱਚ ਅਗਲੇ ਹਫ਼ਤੇ ਫ੍ਰੀ ਰੈਪਿਡ ਟੈਸਟ ਵੰਡੇ ਜਾਣਗੇ। ਇਸ ਤੋਂ ਇਲਾਵਾ ਸੂਬੇ ਵੱਲੋਂ ਇੱਕ ਵਾਰ ਫਿਰ ਤੋਂ ਕਹਿ ਦਿੱਤਾ ਗਿਆ ਹੈ ਕਿ ਕਈ ਥਾਵਾਂ ਤੇ ਮੁੜ ਤੋਂ ਮਾਸਕ ਪਾਉਣੇ ਜ਼ਰੂਰੀ ਹੋਣਗੇ। ਇਸ ਤੋਂ ਇਲਾਵਾ ਸਿਹਤ ਮੰਤਰੀ ਵੱਲੋਂ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਹੌਲੀਡੇਜ਼ ਮੌਕੇ ਘੱਟ ਹੀ ਇਕੱਠ ਕੀਤਾ ਜਾਵੇ। ਇਸ ਦੌਰਾਨ ਉਹਨਾਂ ਹੋਰ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। The situation in the pandemic has evolved, as you know. I mean, we know a lot. I think that especially right now when we have a lot of cases that are linked to the young people, to the youth, and they don't go to hospital because of their immune system, because of a lot of reason. That's the reason we, at one point, and given the vaccination, we thought it was important to move focus not, I would say, solely to hospitalization, but more on hospitalization. So it's not either or. I think it's both. I think it's an alarm system to look at the cases, but the real issue right now is hospitalization. And I think that I just want to give you one number to remember, if that's something I can say at the end of this point. In the last 30 days, we had 30,000 new cases of COVID. More than half of those 30,000 cases were unvaccinated people. Okay? So already, but they only represent 10% of the population now. So if there is a message in terms of cases
and I'm just talking cases, is there's still a big impact of the unvaccinated right now. And if you follow the chain going from cases to hospitalization and to intensive care, 65% are unvaccinated. ਅਮਰੀਕਾ ਦੇ ਵਿੱਚ ਇੱਕ ਜੋ ਸੜਕ ਹਾਦਸਾ ਵਾਪਰਿਆ ਸੀ ਉਸ ਸੰਬੰਧੀ ਡਰਾਈਵਰ ਨੂੰ 100 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ ਜੋ ਇਹ ਹਾਦਸਾ ਵਾਪਰਿਆ ਇਸ ਵਿੱਚ 6 ਜਾਣੇ ਜ਼ਖਮੀ ਹੋਏ ਸਨ ਅਤੇ 4 ਦੀ ਮੌਤ ਹੋਈ ਸੀ। ਅਮਰੀਕਾ ਦੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੇ ਸੰਬੰਧ ਵਿੱਚ ਡਰਾਈਵਰ ਨੂੰ 100 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਜੀ ਹਾਂ, ਅਮਰੀਕਾ ਦੇ ਕੋਲੋਰਾਡੋ ਵਿੱਚ ਜੋ ਇੱਕ ਹਾਦਸਾ ਵਾਪਰਿਆ ਸੀ ਉਸ ਦੇ ਸੰਬੰਧ ਵਿੱਚ ਡਰਾਈਵਰ ਨੂੰ 110 ਸਾਲ ਦੀ ਸਜ਼ਾ ਸੁਣਾਈ ਗਈ। ਇਸ ਹਾਦਸੇ ਵਿੱਚ 4 ਜਾਣਿਆਂ ਦੀ ਮੌਤ ਹੋਈ ਸੀ ਤੇ 6 ਜਾਣੇ ਜ਼ਖਮੀ ਹੋਏ ਸਨ। ਜਿਸ ਡਰਾਈਵਰ ਨੂੰ ਸਜ਼ਾ ਸੁਣਾਈ ਗਈ ਉਸ ਦੀ ਉਮਰ 26 ਸਾਲ ਦੇ ਕਰੀਬ ਹੈ ਤੇ ਉਸ ਦਾ ਨਾਮ ਰੋਜੇਲ ਹੈ। ਜਾਣਕਾਰੀ ਲਈ ਦੱਸ ਦਈਏ ਕਿ ਕੋਲੋਰਾਡੋ ਵਿੱਚ ਇਹ ਸੜਕ ਹਾਦਸਾ 25 ਅਪ੍ਰੈਲ 2019 ਨੂੰ ਵਾਪਰਿਆ ਸੀ, ਜਿਸ ਸੰਬੰਧੀ ਡਰਾਈਵਰ ਨੂੰ ਸਜ਼ਾ ਸੁਣਾਈ ਗਈ। ਇਸ ਡਰਾਈਵਰ ਨੂੰ ਅਕਤੂਬਰ 2021 ਦੌਰਾਨ 27 ਚਾਰजेस ਦੇ ਸੰਬੰਧ ਵਿੱਚ ਗਿਲਟੀ ਪਾਇਆ ਗਿਆ, ਜਿਸ ਵਿੱਚ 4 ਕਾਊਂਟਸ ਆਫ ਵਹੀਕਲਰ ਹੋਮਿਸਾਈਡ, 6 ਕਾਊਂਟਸ ਆਫ ਫਰਸਟ ਡਿਗਰੀ ਅਸੌਲਟ, 10 counts of attempt to commit assault in first degree extreme indifference, 2 counts of vehicular assault reckless, 1 count of reckless driving ਅਤੇ 4 counts of careless driving causing death ਸ਼ਾਮਿਲ ਹੈ। ਇਸ ਤੋਂ ਪਹਿਲਾਂ ਵੀ ਡਰਾਈਵਰ ਨੂੰ ਕਈ ਚਾਰजेस ਦੇ ਸੰਬੰਧ ਵਿੱਚ ਗਿਲਟੀ ਪਾਇਆ ਗਿਆ। ਓਨਟਾਰੀਓ ਤੋਂ ਰੋਜ਼ਾਨਾ 1000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਹੁਣ ਸੂਬੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਥੇ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਆਉਣ ਵਾਲੇ ਵਿਜ਼ਿਟਰਸ ਦੇ ਵਾਸਤੇ ਫੁੱਲੀ ਵੈਕਸੀਨੇਟਡ ਹੋਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਹੋਰ ਵੀ ਨਿਯਮ ਐਲਾਨ ਕੀਤੇ ਗਏ, ਜਿਸ ਵਿੱਚ ਕੀ ਦੱਸਿਆ ਗਿਆ, ਜਾਣੋ ਇਸ ਖਬਰ ਰਾਹੀਂ। ਓਨਟਾਰੀਓ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ। ਇਹ ਐਲਾਨ ਲੌਂਗ ਟਰਮ ਕੇਅਰ ਹੋਮਸ ਨਾਲ ਜੁੜਿਆ ਹੋਇਆ ਹੈ। ਓਨਟਾਰੀਓ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਹੁਣ ਸੂਬੇ ਦੇ ਸਾਰੇ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਵਿਜ਼ਿਟਰਸ ਵਾਸਤੇ ਫੁੱਲੀ ਵੈਕਸੀਨੇਟਡ ਹੋਣਾ ਜ਼ਰੂਰੀ ਹੋਵੇਗਾ। ਇਸ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋਣ ਜਾ ਰਹੀ ਹੈ। ਇਸ ਦਾ ਮਤਲਬ ਹੈ ਕਿ ਲੌਂਗ ਟਰਮ ਕੇਅਰ ਵਿੱਚ ਹੁਣ ਸਿਰਫ ਫੁੱਲੀ ਵੈਕਸੀਨੇਟਡ ਵਿਜ਼ਿਟਰ ਹੀ ਜਾ ਸਕਣਗੇ। ਸਰਕਾਰ ਵੱਲੋਂ ਜੋ ਨਵੇਂ ਨਿਯਮ ਜਾਰੀ ਕੀਤੇ ਗਏ ਉਸ ਵਿੱਚ ਉਹਨਾਂ ਵੱਲੋਂ ਸਟਾਫ, ਵਿਦਿਆਰਥੀ, ਵੋਲੰਟੀਅਰ, ਕੇਅਰ ਗਿਵਰਸ ਦੀ ਟੈਸਟਿੰਗ ਸੰਬੰਧੀ ਵੀ ਦੱਸਿਆ ਗਿਆ। ਹੁਣ ਕੇਅਰ ਗਿਵਰਸ ਵੀ ਫੁੱਲੀ ਵੈਕਸੀਨੇਟਡ ਹੋਣੇ ਜ਼ਰੂਰੀ ਹੋਣਗੇ। ਜਿਹੜੇ ਕਿਸੇ ਮੈਡੀਕਲ ਕਾਰਨ ਇਹ ਟੀਕਾ ਨਹੀਂ ਲਗਵਾ ਸਕਦੇ ਉਹਨਾਂ ਨੂੰ ਹੀ ਰਾਹਤ ਦਿੱਤੀ ਜਾਵੇਗੀ। ਇਨ੍ਹਾਂ ਕੇਅਰ ਗਿਵਰਸ ਵਾਸਤੇ ਜ਼ਰੂਰੀ ਹੋਵੇਗਾ ਕਿ ਉਹ 20 ਦਸੰਬਰ ਤੋਂ ਪਹਿਲਾਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕਰ ਲੈਣ। 21 ਫਰਵਰੀ ਤੋਂ ਪਹਿਲਾਂ ਉਹਨਾਂ ਵਾਸਤੇ ਫੁੱਲੀ ਵੈਕਸੀਨੇਟਡ ਹੋਣਾ ਜ਼ਰੂਰੀ ਹੋਵੇਗਾ। ਜ਼ਿਕਰਯੋਗ ਹੈ ਕਿ ਓਨਟਾਰੀਓ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੋਏ ਦਿਖਾਈ ਦੇ ਰਹੇ ਹਨ। ਇੱਥੇ ਰੋਜ਼ਾਨਾ 1000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ ਤੇ ਹੁਣ ਇੱਥੇ ਓਮਿਕਰੌਨ ਵੇਰੀਐਂਟ ਸੰਬੰਧੀ ਵੀ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਸੂਬੇ ਤੋਂ ਆਈ ਜਾਣਕਾਰੀ ਮੁਤਾਬਕ ਇੱਥੇ ਕਈ ਫੀਸਦੀ ਕੇਸਿਸ ਓਮਿਕਰੌਨ ਵੇਰੀਐਂਟ ਨਾਲ ਜੁੜੇ ਹੋਏ ਹਨ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੋ ਰੀਓਪਨਿੰਗ ਪਲਾਨ ਸੂਬੇ ਵੱਲੋਂ ਲਿਆਂਦਾ ਗਿਆ ਸੀ ਉਸ ਦੇ ਅਗਲੇ ਪੜਾਅ ਦੇ ਉੱਪਰ ਰੋਕ ਲਗਾਈ ਗਈ ਤੇ ਹੁਣ ਇਸ ਰੋਕ ਨੂੰ ਅੱਗੇ ਵੀ ਵਧਾਇਆ ਜਾ ਚੁੱਕਿਆ ਹੈ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੋਏ ਦਿਖਾਈ ਦੇ ਰਹੇ ਨੇ। ਓਨਟਾਰੀਓ ਤੋਂ ਰੋਜ਼ਾਨਾ 1000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਨੇ। ਇਸੇ ਤਰ੍ਹਾਂ ਹੀ ਕਿਊਬਿਕ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਖਬਰ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਵੱਖ-ਵੱਖ ਸੂਬਿਆਂ ਵਿੱਚ ਕੀ ਹਾਲਾਤ ਬਣੇ ਹੋਏ ਨੇ ਤੇ ਕੀ ਸਥਿਤੀ ਇੱਥੇ ਬਣੀ ਹੋਈ ਹੈ ਕੋਰੋਨਾ ਵਾਇਰਸ ਨਾਲ ਸੰਬੰਧਿਤ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 1429 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਇੱਥੇ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਵਿੱਚ 24 ਘੰਟੇ ਦੌਰਾਨ 5 ਮੌਤਾਂ ਵਾਇਰਸ ਕਾਰਨ ਹੋ ਗਈਆਂ ਤੇ ਹੁਣ ਤੱਕ ਦਾ ਮੌਤਾਂ ਦਾ ਅੰਕੜਾ 10,084 ਦੇ ਉੱਪਰ ਪਹੁੰਚ ਗਿਆ। ਜਿਹੜੇ ਮਾਮਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਨੇ ਉਹਨਾਂ ਵਿੱਚ 493 ਅਜਿਹੇ ਸਨ ਜਿਹੜੇ ਅਨਵੈਕਸੀਨੇਟਡ ਤੇ 33 ਜਾਣੇ ਪਾਰਸ਼ਲੀ ਵੈਕਸੀਨੇਟਡ ਸਨ। अस्पताल ਵਿੱਚ 385 ਮਰੀਜ਼ਾਂ ਦੀ ਗਿਣਤੀ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 130 ਅਨਵੈਕਸੀਨੇਟਡ ਤੇ 85 ਫੁੱਲੀ ਵੈਕਸੀਨੇਟਡ ਦੱਸੇ ਗਏ। ਜਾਣਕਾਰੀ ਮੁਤਾਬਕ ਇਹਨਾਂ 24 ਘੰਟਿਆਂ ਦੌਰਾਨ ਪੀਲ ਰੀਜਨ ਤੋਂ 103, ਟੋਰਾਂਟੋ ਤੋਂ 239, ਯਾਰਕ ਰੀਜਨ ਤੋਂ 128, ਆਟਵਾ ਤੋਂ 120, ਕਿੰਗਸਟਨ ਤੋਂ 85, ਮਿਡਲੈਕਸ ਲੰਡਨ ਤੋਂ 84, ਦੁਰਹਮ ਰੀਜਨ ਤੋਂ 74 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 90% ਤੋਂ ਵੱਧ ਆਬਾਦੀ ਓਨਟਾਰੀਓ ਵਿੱਚ ਅਜਿਹੀ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਹਾਸਲ ਕੀਤੀ ਗਈ। ਇਸ ਤੋਂ ਇਲਾਵਾ 87.6% ਆਬਾਦੀ ਉਹ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਸੂਬੇ ਵਿੱਚ ਹਾਸਲ ਕਰ ਲਏ ਗਏ ਨੇ।
ਕਿਬੇਕ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੋਏ ਦਿਖਾਈ ਦੇ ਰਹੇ ਹਨ। ਇੱਥੇ 24 ਘੰਟਿਆਂ ਦੌਰਾਨ ਇੱਕ ਵਾਰ ਫਿਰ ਤੋਂ 1000 ਤੋਂ ਵੱਧ ਮਾਮਲੇ ਦਰਜ ਹੋਏ। ਇਨ੍ਹਾਂ 24 ਘੰਟਿਆਂ ਦੌਰਾਨ ਕਿਬੇਕ ਤੋਂ 1747 ਮਾਮਲੇ ਸਾਹਮਣੇ ਆਏ ਅਤੇ 3 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਹੁਣ ਤੱਕ ਸੂਬੇ ਵਿੱਚ ਕੁੱਲ 4,69,356 ਕੋਰੋਨਾ ਦੇ ਮਾਮਲੇ ਸਾਹਮਣੇ ਆਏ। 11,618 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਹਸਪਤਾਲ ਵਿੱਚ 293 ਮਰੀਜ਼ ਦੱਸੇ ਗਏ ਤੇ 75 ਜਾਣੇ ਇੰਟੈਂਸਿਵ ਕੇਅਰ ਅਧੀਨ ਹਨ। ਇੱਥੇ 88% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 81% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕਰ ਲਈਆਂ ਗਈਆਂ ਨੇ। ਕੈਨੇਡਾ 'ਚ ਹੁਣ ਤੱਕ ਕੁੱਲ 1.8 ਮਿਲੀਅਨ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 29,957 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਕੈਨੇਡਾ ਵਿੱਚ ਐਕਟਿਵ ਕੇਸਿਸ ਦੀ ਗਿਣਤੀ ਇਸ ਸਮੇਂ 37,725 ਹੈ, ਜਿਨ੍ਹਾਂ ਵਿੱਚੋਂ 37,256 ਮਾਈਲਡ ਕੰਡੀਸ਼ਨ ਅਤੇ 469 ਸੀਰੀਅਸ ਕੰਡੀਸ਼ਨ ਵਿੱਚ ਨੇ। ਇਸ ਤੋਂ ਇਲਾਵਾ ਕੈਨੇਡਾ ਵਿੱਚ ਰਿਕਵਰਡ ਕੇਸਿਸ ਦਾ ਅੰਕੜਾ 1.7 ਮਿਲੀਅਨ ਤੋਂ ਵੱਧ ਦਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਫੇਸਬੁੱਕ ਦੀ ਮਸ਼ਹੂਰੀ ਨੇ ਕਰਵਾਇਆ ਲੱਖਾਂ ਦਾ ਨੁਕਸਾਨ, ਪੰਜਾਬਣ ਹੋਈ ਇਸ ਧੋਖੇ ਦਾ ਸ਼ਿਕਾਰ। ਐਮਪੀ ਨੇ ਘੇਰੀ ਟਰੂਡੋ ਸਰਕਾਰ, ਇਮੀਗ੍ਰੇਸ਼ਨ ਬਾਰੇ ਚੁੱਕੇ ਸਵਾਲ। ਕੋਰੋਨਾ ਦੇ ਨਵੇਂ ਰੂਪ ਬਾਰੇ ਬੋਲੇ ਟਰੂਡੋ, ਕੋਰੋਨਾ ਦੇ ਰੂਪ ਨੂੰ ਦੱਸਿਆ ਖਤਰਨਾਕ। ਫਾਈਜ਼ਰ ਨੇ ਨਵੇਂ ਕੋਰੋਨਾ ਬਾਰੇ ਕੀਤਾ ਦਾਅਵਾ, ਦੱਸਿਆ ਆਪਣੀ ਗੋਲੀ ਨੂੰ ਵੱਧ ਅਸਰਦਾਰ। ਫਿਰ ਵੱਧ ਹੋਈ ਕੋਰੋਨਾ ਬਾਰੇ ਚਿੰਤਾ, ਮਾਹਿਰਾਂ ਨੇ ਸਾਂਝੇ ਕੀਤੇ ਵਿਚਾਰ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮਰਿੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।